ਸਤਨਾਮ ਵਾਹਿਗੁਰੂ ਜੀ। ਏ ਗੋਬਿੰਦ ਏ ਗੋਪਾਲ ਏ ਦਇਆਲ ਲਾਲ हे गोविंद हे गोपाल हे दयाल लाल रहाओ। प्राणनाथ अनाथ सखे दीन दर्द निवार हे समरथ अगम पूरन मोहे मया तार अंधकूप महाभयान नानक पार उतार अंधकूप महाभयान नानक पार उतार। तुम्हारी शरण तुम्हारी आशा तुम ही सजन सोहेले राखो राखन दयाला नानक करके बोले सुखाओ होटल गुरु सेवी ऐनस सहज सुभाए दर्शन परसिय गुरु के जन्म मरण दुख जाए। वै सिफत खसामदी नूर अरसों कुरसों चटिए डिठे सच्चे पातशाह माल जन्म जन्म दी कटी है जन सच्चा पातशाह सिर दे जिस पास बैठया सोही है सबना दावे साहो जिस पास बैठया सोही है सबना दावे साहो। सतनाम श्री वाहिगुरु साहिब जीओ। जय श्री महला पंजवा। धीरो सुन धीरो प्रभ को रहाओ जी प्राण मन तन सब अर्पो नीरो पेख प्रभ को नीरो धीरो सुन धीरो प्रभ को। वाहिगुरु जी का खालसा वाहिगुरु जी की फतेह। जुगो जुग अटल ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਨਿਤਨੇਮ ਸਰਵਣ ਕੀਤੇ।
ਸ਼ਬਦ ਦਰ ਸ਼ਬਦ ਜੋ ਗੁਰਬਾਣੀ ਦੀ ਕਥਾ ਹੈ, ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਰਵਣ ਕਰ ਰਹੇ ਹਾਂ। ਸਤਿਗੁਰਾਂ ਦੀ ਇਸ ਲੜੀਵਾਰ ਗੁਰਬਾਣੀ ਦੀ ਕਥਾ ਮੱਧ ਭਾਗ ਦੇ ਅੰਦਰ ਪਹੁੰਚਣ ਵਾਲੀ ਹੈ। ਸੋ 705 ਅੰਗ ਦੇ ਉੱਪਰ ਗੁਰਬਾਣੀ ਦਾ ਜੋ ਮੱਧ ਹੈ ਉਹ ਲਾਇਆ ਜਾਂਦਾ ਹੈ। ਇਸ ਵੇਲੇ ਇਹ ਜਿਹੜੇ ਸ਼ਬਦ ਹਨ ਇਹ 700 ਅੰਗ ਦੇ ਉੱਪਰ ਚੱਲ ਰਹੇ ਨੇ। ਕੇਵਲ 5 ਅੰਗ ਬਾਕੀ ਨੇ, ਫਿਰ ਇਸ ਗੁਰਬਾਣੀ ਦੀ ਕਥਾ ਦਾ ਮੱਧ ਲੱਗ ਜਾਵੇਗਾ। ਸਤਿਗੁਰੂ ਰਹਿਮਤ ਕਰਨ, ਇਸ ਗੁਰਬਾਣੀ ਦੀ ਸੰਪੂਰਨਤਾਈ ਬਖਸ਼ਿਸ਼ ਕਰਨ ਅਤੇ ਅਸੀਂ ਇਸ ਬਾਣੀ ਨੂੰ ਪੜ੍ਹ ਕੇ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਬਣਾਈਏ। ਇਹ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਨੀ ਹੈ। ਸੋ ਸਤਿਗੁਰੂ ਪਾਤਸ਼ਾਹ ਇਸ ਵੇਲੇ ਜੋ ਅੰਮ੍ਰਿਤ ਦਾਤ ਬਖਸ਼ਿਸ਼ ਕਰਦੇ ਨੇ ਸ਼ਬਦ ਦੇ ਦੁਆਰਾ, ਆਓ ਕੁਝ ਸਮੇਂ ਵਾਸਤੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਪੰਜਵਾ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਜੈਤਸਰੀ ਰਾਗ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਸੋ ਇਸ ਰਾਗ ਨੂੰ ਪਤਝੜ ਦੇ ਮੌਸਮ ਦੇ ਵਿੱਚ ਦੁਪਹਿਰੋਂ ਬਾਅਦ ਗਾਇਆ ਜਾ ਸਕਦਾ ਹੈ। ਇਹ ਵਿਦਵਾਨਾਂ ਨੇ ਇਸ ਦਾ ਸਮਾਂ ਨਿਯੁਕਤ ਕੀਤਾ ਹੈ ਕਿ ਇਸ ਸਮੇਂ ਇੱਕ ਰਾਗ ਇਹ ਗਾਇਆ ਜਾਵੇ। ਸੋ ਜੈਤਸਰੀ ਰਾਗ ਹੈ। ਇਸ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਧੀਰੋ ਸੁਨ ਧੀਰੋ ਪ੍ਰਭ ਕੋ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਪਰਮਾਤਮਾ ਦਾ ਧੀਰਜ ਸੁਣ ਕੇ, ਕਿਉਂਕਿ ਉਹ ਪਰਮਾਤਮਾ ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ। ਪਰਮਾਤਮਾ ਦੇ ਭਗਤ ਨੂੰ ਜਿਹੜਾ ਦੁੱਖ ਦਿੰਦਾ ਹੈ ਪਰਮਾਤਮਾ ਉਸ ਨੂੰ ਨਸ਼ਟ ਕਰ ਦਿੰਦਾ। ਜਦੋਂ ਇਹ ਗੱਲ ਸੁਣੀ ਹੈ ਗ੍ਰੰਥਾਂ ਦੇ ਵਿੱਚੋਂ, ਉਸ ਵੇਲੇ ਮਨ ਨੂੰ ਧੀਰਜ ਆ ਗਿਆ ਵੀ ਪਰਮਾਤਮਾ ਹੈ ਮੇਰੇ ਨਾਲ, ਪਰਮਾਤਮਾ ਹੈ ਮੇਰੇ ਨਾਲ ਜਿਹੜਾ ਮੇਰੀ ਰੱਖਿਆ ਕਰੇਗਾ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਦੁਨੀਆ ਦੀ ਅਦਾਲਤ ਵਿੱਚ ਹੋ ਸਕਦਾ ਹੈ ਕਿ ਫੈਸਲਾ ਖਿਲਾਫ ਹੋ ਜਾਵੇ, ਉਲਟ ਹੋ ਜਾਵੇ, ਫੈਸਲਾ ਬਦਲ ਦਿੱਤਾ ਜਾਵੇ ਜਾਂ ਫੈਸਲੇ ਨੂੰ ਖਰੀਦ ਲਿਆ ਜਾਵੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਨਾ ਫੈਸਲਾ ਬਦਲੇਗਾ ਨਾ ਖਰੀਦਿਆ ਜਾਵੇਗਾ। ਪੂਰਾ ਨਿਆਂ ਕਰੇ ਕਰਤਾਰ। ਉਹ ਕਰਤਾਰ ਫਿਰ ਪੂਰਾ ਨਿਆਂ ਕਰਦਾ। ਜਦੋਂ ਇਹ ਬਚਨ ਸੁਣਿਆ ਨਾ ਗ੍ਰੰਥਾਂ ਦੇ ਵਿੱਚੋਂ, ਗੁਰਬਾਣੀ ਦੇ ਵਿੱਚੋਂ, ਸ਼ਾਸਤਰਾਂ ਦੇ ਵਿੱਚੋਂ, ਫਿਰ ਇੱਕ ਮਨ ਨੂੰ ਧੀਰਜ ਆ ਗਿਆ ਕਿ ਉਹ ਪਰਮਾਤਮਾ ਹੈ ਮੇਰੀ ਰੱਖਿਆ ਕਰਨ ਵਾਲਾ, ਮੇਰਾ ਇਨਸਾਫ ਕਰਨ ਵਾਲਾ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ। ਰਾਮ ਜਦੋਂ ਇਹ ਬਚਨ ਸੁਣਿਆ ਤੇ ਮਨ ਨੂੰ ਧੀਰਜ ਆ ਗਿਆ ਕਿ ਜਿਵੇਂ ਉਹਨੇ ਭਗਤਾਂ ਦੀ ਰੱਖਿਆ ਕੀਤੀ ਹੈ, ਸਾਧੂਆਂ ਦੀ ਰੱਖਿਆ ਕੀਤੀ, ਉਹ ਮੇਰੀ ਵੀ ਰੱਖਿਆ ਕਰੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਧੀਰੋ ਸੁਣ ਧੀਰੋ ਪ੍ਰਭ ਕੋ। ਪਰਮਾਤਮਾ ਦਾ ਧੀਰਜ ਸੁਣ ਕੇ ਮੇਰੇ ਮਨ ਨੂੰ ਧੀਰਜ ਆ ਗਿਆ, ਮੇਰੇ ਮਨ ਨੂੰ ਵੀ ਹੌਸਲਾ ਆ ਗਿਆ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਇਹ ਜਦੋਂ ਬਚਨ ਸੁਣੇ ਨਾ ਗੁਰਬਾਣੀ ਦੇ ਵਿੱਚ, ਮਨ ਨੂੰ ਧੀਰਜ ਪ੍ਰਾਪਤ ਹੋ ਗਿਆ। ਜਿੱਥੇ ਕਿਸੇ ਦਾ ਜ਼ੋਰ ਨਹੀਂ ਚੱਲੇਗਾ, ਰਾਜੇ ਮਹਾਰਾਜੇ ਵਜ਼ੀਰ ਜਿੱਥੇ ਹੱਥ ਖੜੇ ਕਰੇ ਜਾਣਗੇ, ਉੱਥੇ ਪਰਮਾਤਮਾ ਦਾ ਜ਼ੋਰ ਮੇਰੇ ਨਾਲ ਹੋਵੇਗਾ। ਇੱਕ ਆਪਾਂ ਸਾਖੀ ਸਰਵਣ ਕਰਦੇ ਨਾ, ਇੱਕ ਬੱਚੇ ਨੂੰ ਰਾਜੇ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਕਿ ਇਸ ਦੀ ਬਲੀ ਦੇ ਦਿਓ।
ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ ਇਸ ਬੱਚੇ ਦੀ ਬਲੀ ਚਾਹੀਦੀ ਹੈ। ਉਸ ਬੱਚੇ ਨੂੰ ਲੈ ਕੇ ਨਾਲ ਸਿਪਾਹੀ ਜਿਹੜੇ ਸਨ ਜੰਗਲ ਵਿੱਚ ਚਲੇ ਗਏ। ਜਦੋਂ ਬੱਚੇ ਦਾ ਕਤਲ ਕਰਨ ਲੱਗੇ ਨਾ, ਉਹਨੇ ਆਖਿਆ ਕਿ ਮੈਨੂੰ ਆਖਰੀ ਵਾਰ ਦੀ ਪੂਜਾ ਕਰ ਲੈਣ ਦਿਓ, ਮਾਰ ਤੇ ਤੁਸੀਂ ਮੈਨੂੰ ਦੇਣਾ ਔਰ ਮੈਂ ਮਰਨ ਵਾਸਤੇ ਵੀ ਤਿਆਰ ਹਾਂ, ਪਰ ਮੈਨੂੰ ਇੱਕ ਆਖਰੀ ਪੂਜਾ ਕਰ ਲੈਣ ਦਿਓ। ਸਿਪਾਹੀਆਂ ਦੇ ਮਨ ਵਿੱਚ ਥੋੜ੍ਹਾ ਰਹਿਮ ਆਇਆ, ਕਹਿਣ ਲੱਗੇ ਠੀਕ ਹੈ, ਕਰ ਲਾ ਪੂਜਾ, ਕਰ ਯਾਦ ਜਿਹਨੂੰ ਯਾਦ ਕਰਨਾ। ਉਸ ਵੇਲੇ ਬੱਚੇ ਨੇ ਕਈ ਢੇਰੀਆਂ ਬਣਾ ਦਿੱਤੀਆਂ ਮਿੱਟੀ ਦੀਆਂ। ਪਹਿਲਾਂ ਤਾਂ ਢੇਰੀਆਂ ਬਣਾਉਂਦਾ ਰਿਹਾ, ਅੱਖਾਂ ਦੇ ਵਿੱਚੋਂ ਹੰਝੂ ਵਗਦੇ ਰਹੇ, ਬੜੇ ਪਿਆਰ ਦੇ ਨਾਲ ਬਣਾਉਂਦਾ। ਜਦੋਂ ਸਾਰੀਆਂ ਢੇਰੀਆਂ ਬਣ ਗਈਆਂ, ਬਾਅਦ ਵਿੱਚ ਆਪੇ ਪੈਰ ਮਾਰ ਕੇ ਢਾਹ ਦਿੱਤੀਆਂ। ਢਾਹ ਕੇ ਤੇ ਫਿਰ ਹੱਸਣ ਲੱਗ ਪਿਆ, ਪਰ ਇੱਕ ਢੇਰੀ ਨੂੰ ਨਹੀਂ ਢਾਇਆ। ਸਾਰੀਆਂ ਢਾਈਆਂ ਪਰ ਇੱਕ ਢੇਰੀ ਨੂੰ ਰੱਖ ਲਿਆ। ਸਿਪਾਹੀ ਦੂਰ ਖਲੋਤੇ ਵੇਖਦੇ ਪਏ। ਉਹਨਾਂ ਨੇ ਪੁੱਛ ਹੀ ਲਿਆ, ਕਹਿਣ ਲੱਗੇ ਵੀ ਇਹ ਪਹਿਲਾਂ ਢੇਰੀਆਂ ਬਣਾਉਣ ਲੱਗਾ ਰੋਂਦਾ ਪਿਆ ਸੀ, ਤੇ ਢਾਉਣ ਲੱਗਿਆਂ ਖੁਸ਼ ਹੋ ਗਿਆ, ਪਰ ਇੱਕ ਢੇਰੀ ਸਾਬਤ ਰੱਖ ਲਈ ਹੈ, ਉਹਨੂੰ ਕਿਉਂ ਨਹੀਂ ਢਾਇਆ? ਇਹ ਕਿਸ ਤਰ੍ਹਾਂ ਦਾ ਤੇਰੇ ਮਨ ਵਿੱਚ ਵਿਚਾਰ ਆਇਆ ਹੈ? ਤੇ ਉਹ ਬਾਲਕ ਕਹਿਣ ਲੱਗਾ, ਇਹ ਢੇਰੀਆਂ ਮੈਂ ਬਣਾਈਆਂ ਸਨ ਸਾਗ ਸੰਬੰਧੀਆਂ ਦੀਆਂ, ਰਿਸ਼ਤੇਦਾਰਾਂ ਦੀਆਂ। ਪਹਿਲੀ ਢੇਰੀ ਬਣਾਈ ਮਾਂ ਬਾਪ ਦੀ। ਮਨੁੱਖ ਨੂੰ ਇਹ ਹੁੰਦਾ ਨਾ ਵੀ ਕੋਈ ਮੇਰਾ ਸਾਥ ਨਹੀਂ ਦੇਵੇਗਾ, ਮਾਂ ਬਾਪ ਦੇਵੇਗਾ, ਮੇਰੀ ਰੱਖਿਆ ਕਰੇਗਾ। ਪਰ ਅੱਜ ਮੈਨੂੰ ਰਾਜੇ ਨੇ ਬਲੀ ਦੇਣੀ ਹੈ, ਮੇਰਾ ਮਾਂ ਬਾਪ ਵੀ ਪਿੱਛੇ ਹਟ ਗਿਆ ਵੀ ਚਲੋ ਕੋਈ ਨਹੀਂ, ਜੇ ਮਰਦਾ ਮਰ ਜਾਵੇ, ਆਪਣੇ ਘਰ ਗਾਂ ਨੂੰ ਫਿਰ ਸੰਤਾਨ ਪੈਦਾ ਹੋ ਜਾਏਗੀ। ਮਾਂ ਬਾਪ ਨੇ ਮੇਰੀ ਰੱਖਿਆ ਨਹੀਂ ਕੀਤੀ ਹੈ। ਮੈਂ ਮਾਂ ਬਾਪ ਨੂੰ ਵੀ ਆਪਣੀ ਇੱਕ ਧਿਰ ਸਮਝਦਾ ਸੀ, ਆਪਣਾ ਆਸਰਾ। ਤੇ ਜਦੋਂ ਮੈਂ ਆਸਰਾ ਬਣਾਉਂਦਾ ਪਿਆ ਸੀ ਨਾ ਢੇਰੀ, ਤੇ ਮੈਨੂੰ ਮਾਂ ਬਾਪ ਚੇਤੇ ਆਉਂਦੇ ਪਏ। ਪਰ ਬਾਅਦ ਵਿੱਚ ਮਨ ਵਿੱਚ ਵਿਚਾਰ ਆਈ ਵੀ ਉਹਨਾਂ ਨੇ ਤੇ ਰਾਜੇ ਕੋਲ ਮੈਨੂੰ ਵੇਚ ਹੀ ਦਿੱਤਾ ਹੈ, ਕੋਈ ਨਹੀਂ ਪੁੱਤਰ ਤੇ ਅੱਗੇ ਹੋਰ ਮਿਲ ਜਾਏਗਾ, ਧਨ ਲੈ ਲਈਏ। ਤੇ ਮੈਂ ਐਵੇਂ ਉਹਨਾਂ ਨਾਲ ਮੋਹ ਪਾ ਕੇ ਬੈਠਾ ਰਿਹਾ, ਇਹ ਮੇਰੇ ਮਾਂ ਬਾਪ ਮੇਰੀ ਰੱਖਿਆ ਕਰਨ ਵਾਲੇ। ਪਰ ਹੁਣ ਮੈਨੂੰ ਸੋਝੀ ਆਈ ਹੈ, ਮੈਨੂੰ ਗਿਆਨ ਆਇਆ, ਮੈਂ ਇਹ ਢੇਰੀ ਢਾਹ ਹੀ ਦਿੱਤੀ ਹੈ, ਖਤਮ ਹੀ ਕਰ ਦਿੱਤਾ ਰਿਸ਼ਤਾ। ਪਤਾ ਲੱਗ ਗਿਆ ਵੀ ਮੈਂ ਤੇ ਮੋਹ ਵਿੱਚ ਫਸਿਆ ਹੋਇਆ, ਅਸਲ ਵਿੱਚ ਕੋਈ ਕਿਸੇ ਦਾ ਨਹੀਂ ਹੈ। ਇਹ ਗਿਆਨ ਜਾਣ ਕੇ ਮਨ ਦੇ ਵਿੱਚ ਮੈਨੂੰ ਹੁਣ ਪ੍ਰਸੰਨਤਾ ਹੋਈ ਹੈ ਕਿ ਮੈਂ ਕਿੱਥੇ ਫਸਿਆ ਹੋਇਆ। ਕਹਿਣ ਲੱਗੇ ਠੀਕ ਹੈ, ਪਹਿਲੀ ਢੇਰੀ ਢਾਈ ਹੈ, ਇਹ ਦੂਜੀ ਢੇਰੀ ਕਿਸ ਦੀ ਬਣਾਈ ਹੈ? ਕਹਿਣ ਲੱਗਾ ਦੂਜੀ ਢੇਰੀ ਬਣਾਈ ਹੈ ਮੈਂ ਆਪਣੇ ਦੇਸ਼ ਦੇ ਰਾਜੇ ਦੀ। ਜਦੋਂ ਕੋਈ ਮੁਸੀਬਤ ਪੈ ਜਾਵੇ ਨਾ, ਭੈਣਾਂ ਭਰਾ ਮਾਤਾ ਪਿਤਾ ਸਾਰੇ ਛੱਡ ਜਾਣ, ਪਰੇ ਹੋ ਜਾਣ, ਬੰਦੇ 'ਤੇ ਦੁੱਖ ਪੈ ਜਾਵੇ, ਤੇ ਬੰਦੇ ਨੂੰ ਇਹ ਹੌਸਲਾ ਹੁੰਦਾ ਵੀ ਚਲੋ ਸਰਕਾਰ ਮਦਦ ਕਰੇਗੀ। ਆਪਾਂ ਕਈ ਤਰ੍ਹਾਂ ਦੇ ਕਾਰਡ ਬਣਾਉਂਦੇ ਨਾ ਯੋਜਨਾ ਵਾਲੇ, ਇਹ ਮੇਰੇ ਇਲਾਜ ਦਾ ਕਾਰਡ ਹੈ, ਇਹ ਮੇਰੀ ਪੈਨਸ਼ਨ ਦਾ ਕਾਰਡ ਹੈ, ਆਪਾਂ ਬਣਾਉਂਦੇ ਹਾਂ। ਇਹ ਹਸਪਤਾਲ ਵਿੱਚ ਮੈਂ ਦਵਾਈ ਲਿਆਵਾਂਗਾ ਸਸਤੀ ਮਿਲੇਗੀ ਜਾਂ ਫ੍ਰੀ ਇਲਾਜ ਹੋਵੇਗਾ। ਇੱਕ ਸਾਨੂੰ ਆਸਰਾ ਹੈ ਸਰਕਾਰ ਦਾ ਵੀ ਸਰਕਾਰ ਸਾਨੂੰ ਦੇਵੇ, ਤਾਂ ਹੀ ਆਪਾਂ ਕੀਮਤੀ ਵੋਟ ਪਾ ਕੇ ਸਰਕਾਰ ਉਹ ਚੁਣਦੇ ਹਾਂ ਜਿਹੜੀ ਸਾਡੀਆਂ ਮੁਸ਼ਕਲਾਂ ਦਾ ਹੱਲ ਕਰੇ, ਕਿਉਂਕਿ ਸਾਨੂੰ ਸਰਕਾਰ ਦਾ ਇੱਕ ਆਸਰਾ ਹੈ। ਇਹ ਬੱਚਾ ਕਹਿਣ ਲੱਗਾ ਵੀ ਇਹ ਜਿਹੜੀ ਸਰਕਾਰ ਰਾਜਾ ਹੈ ਨਾ, ਮੈਨੂੰ ਇਹਦਾ ਬੜਾ ਆਸਰਾ ਸੀ ਵੀ ਚਲੋ ਜੇ ਮਾਂ ਬਾਪ ਨਹੀਂ ਸਾਥ ਦੇਣਗੇ, ਕਿਤੇ ਬਿਪਤਾ ਪੈ ਵੀ ਜਾਵੇਗੀ, ਮੈਂ ਰਾਜੇ ਅੱਗੇ ਜਾ ਕੇ ਝੋਲੀ ਅੱਡਾਂਗਾ, ਬੇਨਤੀ ਕਰਾਂਗਾ ਕਿ ਰਾਜਨ ਮੈਨੂੰ ਇਹ ਬਿਪਤਾ ਪੈ ਗਈ ਹੈ, ਮੈਨੂੰ ਇਹ ਲੋੜ ਪੈ ਗਈ ਹੈ, ਆਪ ਜੀ ਪੂਰੀ ਕਰ ਦਿਓ। ਤੇ ਇਹ ਰਾਜਾ ਮੇਰੀ ਬਿਪਤਾ ਨੂੰ ਦੂਰ ਕਰੇਗਾ। ਮੈਂ ਇਸ ਰਾਜੇ ਦੀ ਦੂਜੀ ਢੇਰੀ ਬਣਾਈ ਹੈ, ਤੇ ਮੇਰੇ ਮਨ ਵਿੱਚ ਬੜਾ ਮੋਹ ਤੇ ਬੜਾ ਸਤਿਕਾਰ ਸੀ ਰਾਜੇ ਦੇ ਪ੍ਰਤੀ ਵੀ ਜੋ ਮਰਜ਼ੀ ਹੋ ਜਾਵੇ, ਵਕੀਲ ਵਿਕ ਸਕਦੇ ਨੇ, ਵਜ਼ੀਰ ਵਿਕ ਸਕਦੇ ਨੇ, ਪਰ ਰਾਜਾ ਨਹੀਂ ਵਿਕ ਸਕਦਾ, ਇਹ ਜ਼ਰੂਰ ਸੱਚ ਦਾ ਨਿਆਂ ਕਰੇਗਾ। ਪਰ ਅੱਜ ਰਾਜੇ ਨੇ ਫੈਸਲਾ ਸੁਣਾ ਦਿੱਤਾ ਵੀ ਇਸ ਬੱਚੇ ਦੀ ਬਲੀ ਦੇ ਦਿਓ। ਮੈਂ ਦੇਵਤਿਆਂ ਨੂੰ ਖੁਸ਼ ਕਰਨਾ, ਮੈਂ ਪੈਗੰਬਰਾਂ ਨੂੰ ਖੁਸ਼ ਕਰਨਾ ਹੈ। ਅੱਜ ਜਿਸ ਰਾਜੇ ਦੀ ਮੈਂ ਆਸ ਰੱਖੀ ਹੋਈ ਉਹ ਰਾਜਾ ਹੀ ਮੇਰਾ ਵੈਰੀ ਬਣ ਗਿਆ, ਮੈਨੂੰ ਮਾਰਨਾ ਚਾਹੁੰਦਾ। ਮਾਰਨ ਵਾਸਤੇ ਉਸਨੇ ਤੁਹਾਨੂੰ ਨਾਲ ਮੇਰੇ ਭੇਜਿਆ ਹੈ, ਤੁਸੀਂ ਮੈਨੂੰ ਕਤਲ ਕਰਨ ਵਾਸਤੇ ਲੈ ਕੇ ਆਏ। ਇਹ ਮੇਰੇ ਮਨ ਦਾ ਇੱਕ ਭਰਮ ਸੀਗਾ, ਵਹਿਮ ਸੀਗਾ ਵੀ ਰਾਜਾ ਰੱਖਿਆ ਕਰੇਗਾ। ਅਸਲ ਵਿੱਚ ਰਾਜਾ ਹੀ ਅੱਜ ਮੇਰੀ ਜਾਨ ਦਾ ਵੈਰੀ ਬਣਿਆ। ਇਹ ਰਾਜੇ ਦੀ ਜਿਹੜੀ ਢੇਰੀ ਬਣਾਈ ਸੀ ਮੈਂ ਆਸਰਾ ਸਮਝਿਆ, ਉਹ ਢੇਰੀ ਮੈਂ ਢਾਹ ਦਿੱਤੀ ਹੈ। ਮੈਨੂੰ ਨਹੀਂ ਚਾਹੀਦਾ ਇਹੋ ਜਿਹਾ ਰਾਜਾ ਜਿਹੜਾ ਮੇਰੀ ਜਾਨ ਨੂੰ ਹੀ ਗਵਾ ਦੇਵੇ, ਜਾਨ ਕੱਢ ਲਵੇ।
ਸਿਪਾਹੀਆਂ ਨੇ ਆਖਿਆ ਠੀਕ ਹੈ, ਇਹ ਵੇ ਤੇਰਾ ਅਸੀਂ ਬਚਨ ਮੰਨ ਲੈਂਦੇ, ਪਰ ਤੂੰ ਇੱਕ ਤੀਜੀ ਢੇਰੀ ਹੋਰ ਬਣਾਈ ਹੈ। ਇਹ ਕਿਹਨੂੰ ਯਾਦ ਕਰਕੇ ਬਣਾਈ ਹੈ, ਇਹਦਾ ਭਾਵ ਕੀ ਹੈ? ਜੋ ਉਸ ਬੱਚੇ ਨੇ ਦੱਸਿਆ, ਕਹਿਣ ਲੱਗਾ ਇਹ ਤੀਜੀ ਢੇਰੀ ਬਣਾਈ ਹੈ ਮੈਂ ਦੇਵੀ ਦੇਵਤਿਆਂ ਦੀ, ਜਿਨ੍ਹਾਂ ਨੂੰ ਮੈਂ ਮੰਨਦਾ। ਮਨੁੱਖੇ ਸੋਚਦਾ ਹੈ ਨਾ, ਮਾਂ ਬਾਪ ਸਾਥ ਛੱਡ ਜਾਣਗੇ, ਚਲੋ ਕੋਈ ਨਹੀਂ, ਰਾਜਾ ਵੀ ਕੰਮ ਨਹੀਂ ਆਵੇਗਾ, ਚਲੋ ਕੋਈ ਨਹੀਂ, ਮੈਂ ਜਿਹੜੇ ਦੇਵਤੇ ਦੀ ਪੂਜਾ ਕਰਦਾ, ਜਿਹੜੀ ਦੇਵੀ ਦੀ ਪੂਜਾ ਕਰਦਾ, ਮੈਂ ਉਹਦੇ ਅੱਗੇ ਪ੍ਰਾਰਥਨਾ ਕਰਾਂਗਾ ਤੇ ਉਹ ਦੇਵੀ ਆ ਕੇ ਬੋੜੇਗੀ, ਮੈਨੂੰ ਆ ਕੇ ਬੰਧਨਾਂ ਤੋਂ ਛੁਡਾਏਗੀ, ਮੈਨੂੰ ਵਰ ਦੇ ਕੇ ਮਾਲਾ ਮਾਲ ਕਰੇਗੀ, ਮੇਰੇ ਦੁੱਖਾਂ ਨੂੰ ਦੂਰ ਕਰ ਦੇਵੇਗੀ। ਲੋਕ ਪੜ੍ਹਦੇ ਨਾ ਮੰਤਰ ਦੇਵੀ ਦੇਵਤਿਆਂ ਦੇ, ਉਪਾਅ ਵੀ ਕਰਾਉਂਦੇ ਪੰਡਤਾਂ ਕੋਲ ਜਾ ਕੇ, ਜੋਤਸ਼ੀਆਂ ਦੇ ਕੋਲ ਜਾ ਕੇ, ਕਈ ਤਰ੍ਹਾਂ ਦੇ ਟੂਣੇ ਟਾਮਣ ਵੀ ਕਰਦੇ। ਕਾਹਦੇ ਵਾਸਤੇ? ਵੀ ਸਾਡੀ ਬਿਪਤਾ ਟਲ ਜਾਵੇ, ਇਹ ਕਿਸੇ ਦੂਜੇ ਦੇ ਗਲ ਪੈ ਜਾਵੇ। ਕਹਿਣ ਲੱਗਾ ਵੀ ਦੂਜੀ ਢੇਰੀ ਮੈਂ ਬਣਾਈ ਦੇਵੀ ਦੀ, ਦੇਵਤੇ ਦੀ ਢੇਰੀ ਬਣਾਈ, ਜਦੋਂ ਕਿਤੇ ਮੇਰੇ 'ਤੇ ਬਿਪਤਾ ਆਵੇਗੀ, ਸੰਕਟ ਆਵੇਗਾ, ਮੇਰੀ ਕੋਈ ਫਰਿਆਦ ਨਹੀਂ ਸੁਣੇਗਾ, ਮੈਂ ਆਪਣੇ ਦੇਵਤੇ ਅੱਗੇ ਫਰਿਆਦ ਕਰਾਂਗਾ। ਉਹ ਦੇਵਤਾ ਤੇ ਮੇਰੀ ਬਾਂਹ ਫੜ ਹੀ ਲਵੇਗਾ ਨਾ, ਕਿਉਂਕਿ ਉਹਨੂੰ ਨਾ ਸੰਸਾਰ ਦਾ ਡਰ ਹੈ, ਨਾ ਉਹਦੇ ਕੋਲ ਪਦਾਰਥਾਂ ਦੀ ਕਮੀ ਹੈ। ਤੇ ਮੈਂ ਇਹ ਆਸਰਾ ਸਮਝਿਆ ਸੀ ਦੇਵਤੇ ਨੂੰ, ਵੀ ਇਹ ਮੇਰਾ ਆਸਰਾ ਹੈ, ਮੇਰੀ ਬਚਾ ਕਰੇਗਾ। ਪਰ ਅੱਜ ਇਹ ਮੈਂ ਢੇਰੀ ਢਾਈ ਹੈ, ਇਹ ਢਾਈ ਤਾਂ ਹੈ ਕਿ ਜਿਸ ਦੇਵੀ ਨੂੰ ਮੈਂ ਆਪਣਾ ਆਸਰਾ ਸਮਝਦਾ ਸੀ, ਉਸੇ ਦੇਵੀ ਦੇ ਵਾਸਤੇ ਮੇਰਾ ਬਲੀਦਾਨ ਹੋਣ ਲੱਗਾ, ਉਸੇ ਦੇਵੀ ਦੇ ਵਾਸਤੇ ਮੇਰੀ ਬਲੀ ਹੋਣ ਲੱਗੀ ਹੈ। ਮੈਂ ਤੇ ਸੋਚਿਆ ਵੀ ਦੇਵੀ ਮੇਰੀ ਮਦਦ ਕਰੇਗੀ ਬਿਪਤਾ ਪੈਣ 'ਤੇ, ਪਰ ਅਸਲ ਵਿੱਚ ਬਿਪਤਾ ਮੈਨੂੰ ਪਈ ਦੇਵੀ ਕਰਕੇ ਹੈ। ਜਿਹਦੀ ਮੈਂ ਪੂਜਾ ਕਰਦਾ, ਉਹ ਮੈਨੂੰ ਖਾ ਜਾਣਾ ਚਾਹੁੰਦੀ ਹੈ, ਮੈਨੂੰ ਮਰਵਾਉਣਾ ਚਾਹੁੰਦੀ ਹੈ। ਕਾਹਦਾ ਫਿਰ ਦੇਵੀ ਦੇਵਤਿਆਂ ਦਾ ਆਸਰਾ? ਜਿਨ੍ਹਾਂ ਦੀ ਮੈਂ ਪੂਜਾ ਕਰਦਾ ਰਿਹਾ, ਮੰਨਤਾ ਮੰਨਦਾ ਰਿਹਾ, ਉਹੀ ਮੇਰੀ ਅੱਜ ਬਲੀ ਮੰਗਦੀ ਪਈ ਹੈ। ਇਹ ਵੀ ਮੈਨੂੰ ਆਸਰਾ ਝੂਠਾ ਹੀ ਲੱਗਾ ਹੈ, ਇਹ ਵੀ ਕੋਈ ਸੱਚਾ ਆਸਰਾ ਨਹੀਂ। ਮੈਂ ਪੈਰ ਮਾਰ ਕੇ ਤਾਂ ਇਹ ਢੇਰੀ ਢਾਈ ਹੈ ਵੀ ਇਹਨਾਂ ਚੱਕਰਾਂ ਵਿੱਚ ਵੀ ਨਾ ਪੈ ਜਾਏ। ਸਿਪਾਹੀ ਸੁਣਦੇ ਪਏ ਬਚਨ, ਕਹਿਣ ਲੱਗੇ ਢੇਰੀ ਤੇ ਚੌਥੀ ਇੱਕ ਹੋਰ ਬਣਾਈ ਹੈ, ਪਰ ਉਹ ਤੂੰ ਢਾਈ ਨਹੀਂ ਹੈ। ਉਹ ਕਿਸ ਦੀ ਢੇਰੀ ਬਣਾਈ ਹੈ ਤੇ ਢਾਈ ਕਿਉਂ ਨਹੀਂ ਹੈ? ਤੇ ਬਾਲਕ ਨੇ ਦੱਸਿਆ, ਕਹਿਣ ਲੱਗਾ ਇਹ ਚੌਥੀ ਢੇਰੀ ਮੈਂ ਪਰਮੇਸ਼ਰ ਦੇ ਨਾਮ ਦੀ ਬਣਾਈ ਹੈ, ਕਿ ਪਰਮੇਸ਼ਰ ਰੱਖਿਆ ਕਰੇਗਾ, ਔਰ ਮੇਰੇ ਮਨ ਵਿੱਚ ਹੁਣ ਵੀ ਪੂਰਾ ਵਿਸ਼ਵਾਸ ਹੈ ਕਿ ਉਹ ਮੇਰੀ ਹੁਣ ਵੀ ਰੱਖਿਆ ਕਰੇਗਾ। ਸੋ ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਰੱਖਿਆ ਕਰਨ ਵਾਲਾ ਨਹੀਂ, ਉੱਥੇ ਪਰਮਾਤਮਾ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਮੈਂ ਇਸ ਢੇਰੀ ਨੂੰ ਢਾਇਆ ਨਹੀਂ, ਮੈਨੂੰ ਹੁਣ ਵੀ ਵਿਸ਼ਵਾਸ ਹੈ ਕਿ ਇਹ ਮੇਰੀ ਰੱਖਿਆ ਕਰੇਗਾ। ਪਰਮੇਸ਼ਰ ਐਸਾ ਹੈ ਜੋ ਮੇਰਾ ਬਚਾਅ ਕਰੇਗਾ, ਇਹ ਮੈਨੂੰ ਪੂਰਾ ਭਰੋਸਾ ਹੈ। ਜਦੋਂ ਇਹ ਬਚਨ ਕੀਤੇ ਨਾ ਬੱਚੇ ਨੇ, ਤੇ ਉਹਨਾਂ ਸਿਪਾਹੀਆਂ ਦੇ ਮਨ ਉਸ ਵੇਲੇ ਦਰਵ ਗਏ, ਮਨਾਂ ਦੇ ਵਿੱਚ ਦਇਆ ਆ ਗਈ, ਨਿਮਰਤਾ ਆ ਗਈ। ਇੱਕ ਐਸਾ ਬੱਚਾ ਹੈ ਜਿਹਨੂੰ ਇੰਨਾ ਗਿਆਨ ਹੈ, ਇੰਨੀ ਸੋਝੀ ਰੱਖਦਾ ਹੈ, ਐਸੇ ਗਿਆਨੀ ਬੱਚੇ ਨੂੰ ਮਾਰਨਾ ਬੜਾ ਵੱਡਾ ਪਾਪ ਹੋਵੇਗਾ। ਇਹ ਸਾਨੂੰ ਪਾਪ ਲੱਗੇਗਾ, ਇਹ ਸਾਨੂੰ ਇਹਦਾ ਦੁੱਖ ਮਿਲੇਗਾ। ਇਸ ਤਰ੍ਹਾਂ ਜਾਣ ਕੇ ਉਹਨਾਂ ਸਿਪਾਹੀਆਂ ਨੇ ਉਸ ਬੱਚੇ ਨੂੰ ਰਿਹਾ ਕਰ ਦਿੱਤਾ। ਉਹ ਪਰਮਾਤਮਾ ਹਰੇਕ ਜੀਵ ਦੇ ਵਿੱਚ ਵਰਤਦਾ ਪਿਆ ਨਾ, ਸਿਪਾਹੀਆਂ ਦੇ ਮਨ ਵਿੱਚ ਆ ਕੇ ਵਸਿਆ, ਉਹਨਾਂ ਦੇ ਮਨ ਵਿੱਚ ਦਇਆ ਆਈ ਤੇ ਉਹਨਾਂ ਨੇ ਉਸ ਨੂੰ ਰਿਹਾ ਕਰ ਦਿੱਤਾ। ਇਹ ਗੁਰਮੁਖੋ ਸਾਖੀਆਂ ਆਉਂਦੀਆਂ ਇਤਿਹਾਸ ਦੇ ਵਿੱਚ, ਗ੍ਰੰਥਾਂ ਦੇ ਵਿੱਚ, ਕਿ ਪਰਮਾਤਮਾ ਦੇ ਉੱਪਰ ਜਿਨ੍ਹਾਂ ਨੇ ਭਰੋਸਾ ਰੱਖਿਆ, ਵਾਲ ਨਾ ਬਾਂਕਾ ਕਰ ਸਕੈ ਜੋ ਸਭ ਜਗ ਵੈਰੀ ਹੋਏ। ਭਾਵੇਂ ਸਾਰੀ ਦੁਨੀਆ ਵੈਰੀ ਬਣ ਜਾਵੇ, ਪਰਮਾਤਮਾ ਜਿਹਦੀ ਰੱਖਿਆ ਕਰੇ ਉਹਦਾ ਵਾਲ ਬਿੰਗਾ ਨਹੀਂ ਹੋਣ ਦਿੰਦਾ ਹੈ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਧੀਰੋ ਸੁਣ ਧੀਰੋ ਪ੍ਰਭ ਕੋ। ਪਰਮਾਤਮਾ ਦੀ ਧੀਰਜ ਸੁਣ ਕੇ ਮੇਰੇ ਮਨ ਨੂੰ ਧੀਰਜ ਆ ਗਈ ਹੈ ਕਿ ਪਰਮਾਤਮਾ ਰੱਖਿਆ ਕਰੇਗਾ। ਕਿਵੇਂ ਰੱਖਿਆ ਕਰੇਗਾ? ਜਿਵੇਂ ਉਸ ਬੱਚੇ ਦੀ ਰੱਖਿਆ ਕੀਤੀ ਹੈ, ਜਿਹਨੂੰ ਰਾਜੇ ਨੇ ਕਿਹਾ ਸੀ ਵੀ ਇਹਦੀ ਬਲੀ ਦੇ ਦਿਓ ਜੰਗਲ ਵਿੱਚ ਲਿਜਾ ਕੇ, ਪਰ ਪਰਮਾਤਮਾ ਨੇ ਉਸ ਨੂੰ ਬਚਾ ਲਿਆ। ਜਿਵੇਂ ਪਰਮਾਤਮਾ ਨੇ ਭਗਤ ਪ੍ਰਹਿਲਾਦ ਨੂੰ ਬਚਾਇਆ ਹੈ, ਜਿਵੇਂ ਭਗਤ ਕਬੀਰ ਸਾਹਿਬ ਜੀ ਨੂੰ ਬਚਾਇਆ ਹੈ, ਜਿਵੇਂ ਭਗਤ ਨਾਮਦੇਵ ਜੀਆਂ ਨੂੰ ਬਚਾਇਆ ਹੈ, ਇਸੇ ਤਰ੍ਹਾਂ ਉਹ ਮੈਨੂੰ ਵੀ ਬਚਾ ਲਵੇਗਾ। ਇਹ ਮੇਰੇ ਮਨ ਦੇ ਵਿੱਚ ਧੀਰਜ ਹੈ, ਮੇਰੇ ਮਨ ਦੇ ਵਿੱਚ ਹੌਸਲਾ ਹੈ, ਇਹ ਮੈਨੂੰ ਭਰੋਸਾ ਹੈ। ਰਾਉ ਜੀ ਪ੍ਰਾਨ ਮਨ ਤਨ ਸਭ ਅਰਪੋ, ਨਿਰੋਪੇਖ ਪ੍ਰਭ ਕੋ ਨੀਰੋ। ਪਰਮਾਤਮਾ ਨੂੰ ਨਿਕਟ ਵਰਤੀ ਜਾਣ ਕੇ, ਪਰਮਾਤਮਾ ਨੂੰ ਨਿਕਟ ਵਰਤੀ ਜਾਣ ਕੇ,
ਪਰਮਾਤਮਾ ਇੰਨਾ ਨੇੜੇ ਹੈ ਕਿ ਉਹ ਤੇਰੇ ਸਰੀਰ ਦੇ ਹਰ ਭਾਗ ਦੇ ਵਿੱਚ, ਹਰ ਜਰੇ ਵਿੱਚ ਸਮਾਇਆ ਹੋਇਆ। ਮਾਂ ਬਾਪ, ਭੈਣਾਂ ਭਰਾ ਇੱਕ ਸਮੇਂ ਨੇੜੇ ਨੇ, ਇੱਕ ਸਮੇਂ ਦੂਰ ਨੇ। ਅਸੀਂ ਵਿਦੇਸ਼ ਚਲੇ ਜਾਈਏ, ਮਾਤਾ ਪਿਤਾ ਇੱਥੇ ਰਹਿ ਗਏ, ਭੈਣਾਂ ਭਰਾ ਇੱਥੇ। ਦੁੱਖ ਮੁਸੀਬਤ ਆ ਜਾਵੇ, ਰੋਂਦੇ ਨੇ ਮਾਂ ਬਾਪ ਵੀ, ਅੱਜ ਅਸੀਂ ਦੂਰ ਬੈਠੇ ਹਾਂ। ਕੋਲ ਹੁੰਦੇ ਤੇ ਕੋਈ ਇਹਦੀ ਮਦਦ ਕਰਦੇ। ਜਨਮ ਦੇਣ ਵਾਲੇ ਮਾਤਾ ਪਿਤਾ ਵੀ ਦੂਰ ਨੇੜੇ ਹੋ ਸਕਦੇ, ਭੈਣਾਂ ਭਰਾ ਵੀ ਹੋ ਸਕਦੇ, ਪਰ ਪਰਮਾਤਮਾ ਇੱਕ ਇਹੋ ਜਿਹਾ ਹੈ, ਤੂੰ ਜਿੱਥੇ ਵੀ ਚਲਾ ਜਾ, ਜਿੱਥੇ ਹੋ ਜਾਈ, ਜਿੱਥੇ ਵੀ ਮੈਂ ਜਾਂਦਾ ਹਾਂ ਤਿੱਥੇ ਹਰ ਬਿਤ ਸਹਾਈ। ਉੱਥੇ ਹੀ ਪਰਮਾਤਮਾ ਮੇਰੀ ਸਹਾਇਤਾ ਕਰਦਾ ਹੈ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਮੈਂ ਜਿੱਥੇ ਵੀ ਜਾਂਦਾ, ਪਰਮਾਤਮਾ ਤੂੰ ਉੱਥੇ ਹੀ ਬੈਠਾ ਹੋਇਆ। ਮੈਂ ਵਿਦੇਸ਼ ਵਿੱਚ ਹੋਵਾਂਗਾ ਤੇ ਤੈਨੂੰ ਇਹ ਨਹੀਂ ਵੀ ਤੂੰ ਵਿਦੇਸ਼ ਵਿੱਚ ਨਹੀਂ ਹੈ, ਤੂੰ ਤੇ ਉੱਥੇ ਵੀ ਸਮਾਇਆ ਹੋਇਆ। ਮੈਂ ਆਪਣੇ ਦੇਸ਼ ਘਰ ਵਿੱਚ ਹੋਵਾਂਗਾ, ਤੂੰ ਉੱਥੇ ਵੀ ਬੈਠਾ ਹੋਇਆ, ਮੇਰੀ ਰੱਖਿਆ ਕਰੇਂਗਾ। ਮਹਾਰਾਜ ਕਹਿਣ ਲੱਗੇ, ਨੀਰੋਂ ਪੇਖ ਨੀਰੋ ਪ੍ਰਭ ਕੋ। ਪਰਮਾਤਮਾ ਨੂੰ ਨਿਕਟ ਵਰਤੀ ਵੇਖਦਾ ਮੈਂ ਸਾਰਿਆਂ ਥਾਵਾਂ। ਘਰ ਬਾਹਰ ਤੇਰਾ ਪ੍ਰਭਾਸਾ, ਤੂੰ ਜਨ ਕਹਿ ਹੈ ਸੰਗ ਅੰਤਰ ਬਾਹਰ। ਤੇ ਮਹਾਰਾਜ ਬਚਨ ਕਰਦੇ ਕਹਿਣ ਲੱਗੇ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਅੰਦਰ ਬਾਹਰ ਸਾਰਿਆਂ ਥਾਵਾਂ 'ਤੇ ਉਹ ਸਮਾਇਆ ਹੋਇਆ। ਕੋਈ ਜਗ੍ਹਾ ਇਹੋ ਜਿਹੀ ਨਹੀਂ ਹੈ ਜਿੱਥੇ ਨਾ ਹੋਵੇ। ਪਰਮਾਤਮਾ ਨੂੰ ਮੈਂ ਇਸ ਤਰ੍ਹਾਂ ਨਿਕਟ ਵਰਤੀ ਜਾਣਦਾ ਹਾਂ। ਫਿਰ ਬਖਸ਼ਿਸ਼ ਕਰਦੇ ਹਨ, ਜੀ ਪ੍ਰਾਨ ਮਨ ਤਨ ਸਭ ਅਰਪੋ, ਨੀਰੋ ਪੇਖ ਪ੍ਰਭ ਕੋ ਨੀਰੋ। ਪਰਮਾਤਮਾ ਨੂੰ ਨੇੜੇ ਜਾਣਦਿਆਂ ਹੋਇਆਂ ਵੀ ਉਹ ਮੇਰੇ ਨਾਲ ਹੀ ਹੈ, ਇਸ ਤਰ੍ਹਾਂ ਨੇੜੇ ਜਾਣਦਿਆਂ ਹੋਇਆਂ ਮੈਂ ਪਰਮਾਤਮਾ ਨੂੰ ਨੇੜਿਓਂ ਦੇਖਿਆ ਹੈ। ਉਸ ਦੇ ਸਾਖਸ਼ਾਤ ਦਰਸ਼ਨ ਕੀਤੇ ਨੇ, ਪ੍ਰਤੱਖ ਦਰਸ਼ਨ ਕੀਤੇ ਨੇ। ਇਸ ਕਰਕੇ ਮੈਂ ਉਸ ਨੂੰ ਜੀ ਕਹੀਏ, ਆਪਣੀ ਜਿੰਦ ਵੀ ਜਿਹੜੀ ਹੈ ਉਹਦੇ ਸਾਹਮਣੇ ਭੇਟ ਕਰ ਦਿੱਤੀ ਹੈ। ਮੈਨੂੰ ਜਿੰਦ ਦੀ ਵੀ ਕੋਈ ਪਰਵਾਹ ਨਹੀਂ ਹੈ। ਮੈਂ ਉਸ ਨੂੰ ਆਪਣੀ ਜਿੰਦ ਵੀ ਦੇ ਸਕਦਾ ਜੇ ਉਹ ਮੰਗ ਲਵੇ। ਜਿਸ ਤਰ੍ਹਾਂ ਗੁਰਮੁਖੋ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਪੰਜਾਂ ਪਿਆਰਿਆਂ ਦੇ ਸੀਸ ਮੰਗੇ। ਆਖਿਆ ਅੱਜ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਸਿੱਖ ਦੇ ਸੀਸ ਦੀ ਲੋੜ ਹੈ। ਕੋਈ ਹੈ ਇਹੋ ਜਿਹਾ ਪ੍ਰੇਮੀ ਨੇਮੀ ਗੁਰੂ ਕਾ ਸਿੱਖ ਜਿਹੜਾ ਸਾਨੂੰ ਸੀਸ ਭੇਟ ਕਰੇ। ਜਦੋਂ ਮਹਾਰਾਜ ਜੀਆਂ ਨੇ ਬਚਨ ਬਖਸ਼ਿਸ਼ ਕੀਤਾ ਤੇ ਕਹਿਣ ਲੱਗੇ, ਉਸ ਵੇਲੇ ਭਾਈ ਦਇਆ ਰਾਮ ਜਿਹੜੇ ਲਾਹੌਰ ਦੇ ਨਿਵਾਸੀ ਸਨ, ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਮੈਂ ਸੀਸ ਦੇਣ ਵਾਸਤੇ ਤਿਆਰ ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਸਿੱਖ ਨੇ ਉਹ ਆਪਣਾ ਜੀ ਕਹੀਏ ਜਿੰਦ ਦਾਨ ਦੇਣ ਵਾਸਤੇ, ਸਰੀਰ ਦਾਨ ਦੇਣ ਵਾਸਤੇ ਤਿਆਰ ਬੈਠੇ ਹੋਏ। ਸਤਿਗੁਰੂ ਮੰਗ ਤੇ ਲੈਣ, ਮੈਂ ਝਾਟੀ ਭੇਟ ਕਰਦਿਆਂ ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸੱਚ ਹੈ ਭਾਵੈ। ਇਹ ਗੁਰਬਾਣੀ ਦੇ ਮਹਾਵਾਕ ਨੇ। ਤੁਝਾ ਬਚਨ ਹੈ, ਮੈਂ ਗੁਰੂ ਦੇ ਅੱਗੇ ਆਪਣੇ ਪ੍ਰਾਣ ਵੀ ਰੱਖ ਦੇਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਆਪਣੇ ਪ੍ਰਾਣਾਂ ਦੀ ਭੇਟਾ ਦੇ ਦਿਆਂ। ਦੁਨੀਆ ਦੇ ਲੋਕ ਤੇ ਮਾਇਆ ਦਾ ਮੱਥਾ ਟੇਕਦੇ, ਮੈਂ ਆਪਣੇ ਪ੍ਰਾਣਾਂ ਦਾ ਮੱਥਾ ਟੇਕਾਂਗਾ। ਗੁਰਮੁਖੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਗਲਾਂ ਨੇ ਆ ਕੇ ਘੇਰਾ ਪਾ ਲਿਆ ਨਾ, ਤੇ ਸਰੋਵਰ ਦੇ ਵਿੱਚ ਮਿੱਟੀ ਲਿਆ ਕੇ ਪਾ ਦਿੱਤੀ, ਸਭ ਕੁਝ ਆਪਣਾ ਕਬਜ਼ਾ ਕਰ ਲਿਆ। ਉਸ ਵੇਲੇ ਮਹਾਨ ਗੁਰਸਿੱਖ ਧੰਨ ਧੰਨ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਖਬਰ ਪਹੁੰਚੀ ਕਿ ਇਸ ਤਰ੍ਹਾਂ ਗੁਰੂ ਘਰ ਦੀ ਨਰਾਦਰੀ ਕੀਤੀ ਜਾ ਰਹੀ ਹੈ। ਅਰਦਾਸ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਦੁਨੀਆ ਦੇ ਲੋਕ ਜਾਂ ਤੁਹਾਡੇ ਸਿੱਖ ਪ੍ਰਸ਼ਾਦ ਆ ਕੇ ਭੇਟ ਕਰਦੇ ਨੇ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਉਂਦੇ ਨੇ, ਆਪ ਜੀ ਉਹਨਾਂ ਦਾ ਪ੍ਰਸ਼ਾਦ ਅੰਗੀਕਾਰ ਕਰਦੇ ਹੋ, ਉਹਨਾਂ ਦੀ ਭੇਟਾ ਨੂੰ ਅੰਗੀਕਾਰ ਕਰਦੇ ਹੋ। ਮੇਰੇ 'ਤੇ ਕਿਰਪਾ ਕਰਿਓ, ਮੈਂ ਆਪਣੇ ਸੀਸ ਦੀ ਭੇਟਾ ਦੇਣ ਵਾਸਤੇ ਤੁਹਾਡੇ ਦਰ 'ਤੇ ਆਉਂਦਾ ਪਿਆ, ਪਰ ਕਿਰਪਾ ਕਰਿਓ ਮੇਰੇ ਉੱਪਰ। ਇਹ ਸੀਸ ਦੀ ਭੇਟ ਉਦੋਂ ਸਵੀਕਾਰ ਕਰਿਓ ਜਦੋਂ ਮੈਂ ਹਰਿਮੰਦਰ ਸਾਹਿਬ ਦੇ ਪੂਰੇ ਸਤਿਕਾਰ ਮਾਨ ਨੂੰ ਆਯਾਦ ਕਰਵਾ ਸਕਾਂ, ਦੁਸ਼ਟਾਂ ਨੂੰ ਸੋਧਾ ਲਾ ਸਕਾਂ। ਉਸ ਵੇਲੇ ਆਪ ਜੀ ਮੇਰਾ ਇਹ ਸੀਸ ਅੰਗੀਕਾਰ ਕਰ ਲਿਓ। ਉਹਨਾਂ ਚਿਰ ਮੈਨੂੰ ਸਮਰੱਥਾ ਬਖਸ਼ਿਓ ਕਿ ਮੈਂ ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਉਹਨਾਂ ਨੂੰ ਭਜਾ ਸਕਾਂ ਜੰਗ ਮੈਦਾਨ ਦੇ ਵਿੱਚੋਂ, ਜਾਂ ਮੌਤ ਦੇ ਘਾਟ ਉਤਾਰ ਸਕਾਂ। ਕਹਿਣ ਲੱਗੇ ਗੁਰਮੁਖੋ ਇਹ ਅਰਦਾਸਾ ਕੀਤਾ ਤੇ ਸਿੱਖਾਂ ਨੂੰ ਨਾਲ ਲੈ ਕੇ ਚੱਲ ਪਏ। ਚਲਦਿਆਂ ਚਲਦਿਆਂ ਜਦੋਂ ਅੰਮ੍ਰਿਤਸਰ ਦੇ ਨਜ਼ਦੀਕ ਆਏ ਨਾ,
ਤੇ ਕਹਿਣ ਲੱਗੇ ਉੱਥੇ ਫਿਰ ਸੀਸ ਜਿਹੜਾ ਧੜ ਨਾਲੋਂ ਵੱਖਰਾ ਹੋਇਆ, ਪਰ ਉਹ ਜਿਹੜਾ ਬਚਨ ਕੀਤਾ ਸੀ ਨਾ, ਸੂਰਬੀਰ ਬਚਨ ਕੇ ਬਲੀ, ਉਹ ਬਚਨ ਪੂਰਾ ਕਰਨ ਵਾਸਤੇ ਆਪਣਾ ਸੀਸ ਆਪਣੇ ਹੱਥ 'ਤੇ ਚੁੱਕ ਕੇ ਫਿਰ ਜੰਗ ਮੈਦਾਨ ਵਿੱਚ ਲੜਦੇ ਪਏ ਅਤੇ ਜਾ ਕੇ ਸ੍ਰੀ ਰਾਮਦਾਸ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਜਾ ਕੇ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਜੀਆਂ ਨੂੰ ਯਾਦ ਕਰਵਾ ਕੇ ਫਿਰ ਆਪਣਾ ਸੀਸ ਉੱਥੇ ਭੇਟ ਕੀਤਾ। ਮਹਾਰਾਜ ਕਹਿਣ ਲੱਗੇ ਗੁਰੂ ਕੇ ਸਿੱਖ ਐਸੇ ਨੇ ਜਿਹੜੇ ਆਪਣੇ ਪ੍ਰਾਣ ਤੱਕ ਭੇਟ ਕਰ ਦਿੰਦੇ, ਸੀਸ ਤੱਕ ਭੇਟਾ ਦੇ ਦਿੰਦੇ। ਮਨ ਤਨ ਸਭ ਅਰਪੋਂ, ਮੈਂ ਆਪਣਾ ਮਨ ਵੀ ਭੇਟ ਕਰਨ ਵਾਸਤੇ ਤਿਆਰ ਔਰ ਤਨ ਵੀ ਭੇਟ ਕਰਨ ਵਾਸਤੇ ਤਿਆਰ ਹਾਂ। ਬੇਸ਼ੁਮਾਰ ਬੇਅੰਤ ਵਡ ਦਾਤਾ, ਉਹ ਪਰਮਾਤਮਾ ਬੇਸ਼ੁਮਾਰ ਹੈ। ਬੇਸ਼ੁਮਾਰ ਕਹਿੰਦੇ ਨੇ ਜਿਹੜਾ ਗਿਣਤੀ ਵਿੱਚ ਨਾ ਆਵੇ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਬੇਗਿਣਤ, ਗਿਣਤੀ ਤੋਂ ਪਰੇ। ਉਹ ਪਰਮਾਤਮਾ ਬੇਸ਼ੁਮਾਰ ਹੈ, ਉਹ ਗਿਣਤੀ ਵਿੱਚ ਨਹੀਂ ਆਉਂਦਾ ਹੈ। ਉਹ ਪਰਮਾਤਮਾ ਬੇਅੰਤ ਹੈ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਨਾ ਉਹਨੂੰ ਵੇਖ ਕੇ ਅੰਤ ਪਾਇਆ ਜਾ ਸਕਦਾ, ਨਾ ਉਹਨੂੰ ਸੁਣ ਕੇ ਅੰਤ ਪਾਇਆ ਜਾ ਸਕਦਾ, ਨਾ ਬੋਲ ਕੇ ਅੰਤ ਕੋਈ ਪਾ ਸਕਦਾ ਹੈ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਸੋ ਐਸਾ ਪਰਮਾਤਮਾ ਬੇਅੰਤ ਹੈ। ਵੱਡ ਦਾਤਾ, ਉਹਦੇ ਵਰਗਾ ਦਾਤਾ ਕੋਈ ਨਹੀਂ ਹੈ। ਦਾਤੇ ਤੇ ਅਸੀਂ ਵੀ ਹਾਂ ਨਿੱਕੇ ਮੋਟੇ, ਸਾਡੇ ਤੇ ਕੋਈ ਥੋੜ੍ਹਾ ਬਹੁਤਾ ਕੋਈ ਦਾਨ ਮੰਗ ਲਵੇ ਅਸੀਂ 5-10 ਰੁਪਈਏ ਦਾਨ ਕਰਦੇ ਹਾਂ, 20-50-100 ਤੱਕ 1000 ਤੱਕ ਦਾਨ ਕਰ ਦਿੰਦੇ, ਪਰ ਪਰਮਾਤਮਾ ਵਰਗਾ ਦਾਤਾ ਕੋਈ ਨਹੀਂ ਹੈ। ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਤੂੰ ਆਪ ਹੈ, ਤੇਰੀਆਂ ਦਾਤਾਂ ਵੀ ਓਨੀਆਂ ਹੀ ਵੱਡੀਆਂ ਨੇ। ਜਦੋਂ ਦਾਨ ਦਿੰਦਾ, ਦਾਤ ਦਿੰਦਾ, ਰਾਜੇ ਬਣਾ ਦਿੰਦਾ, ਭਿਖਾਰੀਆਂ ਨੂੰ ਐਸੀ ਬਖਸ਼ਿਸ਼ ਕਰ ਦਿੰਦੇ ਹੋ। ਵੱਡ ਦਾਤਾ, ਆਪ ਜੀ ਵੱਡੇ ਦਾਤੇ ਹੋ। ਸਤਿਗੁਰੂ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਹੈ। ਮਨੇ ਗਹੀਰੋ ਪੇਖ ਪ੍ਰਭ ਕੋ, ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵੇਖ ਕੇ ਗਹੀਰੋ ਕਹੀਏ ਪ੍ਰਾਪਤ ਕਰਨਾ ਚਾਹੁੰਦਾ ਹਾਂ, ਉਸ ਦੀ ਸ਼ਰਨ ਵਿੱਚ ਪੈਣਾ ਚਾਹੁੰਦਾ ਹਾਂ ਕਿ ਮੇਰਾ ਮਨ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਵੇ, ਉਹਨੂੰ ਗ੍ਰਹਿਣ ਕਰ ਲਵੇ, ਉਹਦੀ ਪ੍ਰਾਪਤੀ ਵਾਲਾ ਬਣ ਜਾਵੇ, ਫਿਰ ਬਖਸ਼ਿਸ਼ ਕਰਦੇ ਹਨ। ਬੇਸ਼ੁਮਾਰ ਬੇਅੰਤ ਵੱਡ ਦਾਤਾ, ਮਨੇ ਗਹੀਰੋ ਪ੍ਰਭ ਪੇਖ ਪ੍ਰਭ ਕੋ। ਸਤਿਗੁਰੂ ਬਖਸ਼ਿਸ਼ ਕਰਦੇ ਜੋ ਪਰਮਾਤਮਾ ਬੇਅੰਤ ਹੈ, ਜਿਹੜਾ ਬੇਸ਼ੁਮਾਰ ਹੈ, ਵੱਡੇ ਗੁਣਾਂ ਦਾ ਮਾਲਕ ਹੈ, ਵੱਡੀਆਂ ਦਾਤਾਂ ਦੇਣ ਵਾਲਾ ਹੈ, ਉਸ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ੁਭ ਗੁਣ ਪ੍ਰਾਪਤ ਹੋ ਗਏ, ਕਿਉਂਕਿ ਸ਼ੁਭ ਗੁਣਾਂ ਦੇ ਨਾਲ ਉਹਨੇ ਮਿਲਣਾ ਹੈ। ਬੇਅੰਤ ਗੁਣ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਜੋ ਚਾਹੋ ਸੋਈ ਸੋਈ ਪਾਵੋ, ਆਸਾ ਮਨਸਾ ਪੂਰੋ ਜਪ ਪ੍ਰਭ ਕੋ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਜੋ ਚਾਹੋ, ਜੋ ਮੈਂ ਚਾਹੁੰਦਾ ਹਾਂ ਮਨ ਦੇ ਵਿੱਚ, ਕੀ ਚਾਹੁੰਦਾ ਹਾਂ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਇਹ ਜੋ ਮੈਂ ਭਲੇ ਦੀ ਗੱਲ ਚਾਹੁੰਦਾ ਹਾਂ, ਦੂਜਿਆਂ ਦੇ ਭਲੇ ਵਾਸਤੇ, ਉਹ ਭਲੇ ਦੀ ਦਾਤ ਜਿਹੜੀ ਹੈ ਸਤਿਗੁਰੂ ਦਿੰਦੇ। ਜੋ ਚਾਹੋ, ਜੋ ਮੈਂ ਚਾਹੁੰਦਾ ਹਾਂ ਗੁਰੂ ਉਹ ਕਰ ਦਿੰਦਾ ਹੈ। ਸੋਈ ਸੋਈ ਪਾਵੋਂ, ਜੇ ਮੈਂ ਆਪਣੇ ਵਾਸਤੇ ਵੀ ਕੁਝ ਮੰਗ ਲਿਆ ਨਾ, ਉਹ ਵੀ ਗੁਰੂ ਕੋਲੋਂ ਪ੍ਰਾਪਤ ਹੋ ਜਾਂਦਾ। ਜੇ ਮੈਂ ਕਿਸੇ ਵਾਸਤੇ ਮੰਗ ਲਿਆ ਹੈ ਤੇ ਮੇਰੀ ਅਰਦਾਸ ਸੁਣ ਕੇ ਪ੍ਰਮਾਤਮਾ ਉਹਨੂੰ ਵੀ ਦੇ ਦਿੰਦਾ ਹੈ। ਕਈ ਵਾਰੀ ਆਪਾਂ ਕਿਸੇ ਰਾਜੇ ਮਹਾਰਾਜੇ ਮੰਤਰੀ ਕੋਲ ਚਲੇ ਜਾਈਏ ਨਾ, ਉਹਨੂੰ ਆਖੀਏ ਵੀ ਫਲਾਣੇ ਬੰਦੇ ਦਾ ਕੰਮ ਕਰ ਦੇ, ਉਹ ਅੱਗੋਂ ਜਵਾਬ ਦਿੰਦਾ ਵੀ ਤੂੰ ਆਪਣਾ ਕਰਵਾ ਲਾ, ਤੇਰਾ ਮੈਂ ਕਰ ਦਿਆਂਗਾ, ਪਰ ਮੈਂ ਦੂਜੇ ਕਿਸੇ ਦਾ ਨਹੀਂ ਕਰਨਾ। ਨਾ ਹੋ ਹੀ ਨਹੀਂ ਸਕਦਾ, ਦੂਜੇ ਦਾ ਨਹੀਂ ਹੋ ਸਕਦਾ ਹੈ। ਅਸੀਂ ਉਹਦੇ ਨਾਲ ਨਾਰਾਜ਼ ਵੀ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਉਹ ਸਾਨੂੰ ਭਰੋਸਾ ਦਿੰਦਾ ਪਿਆ ਵੀ ਤੇਰਾ ਹੋ ਜਾਏਗਾ। ਸਾਨੂੰ ਮਾਣ ਹੈ ਵੀ ਮੈਨੂੰ ਨਹੀਂ ਮੋੜਦਾ ਪਿਆ, ਪਰ ਜਿਹਦੀ ਅਸੀਂ ਸਿਫਾਰਿਸ਼ ਲੈ ਕੇ ਗਏ ਹਾਂ ਉਹਦਾ ਨਹੀਂ ਹੋਵੇਗਾ, ਇਹ ਗੱਲ ਉਸਨੇ ਕਹਿ ਦਿੱਤੀ ਹੈ। ਪਰ ਪਰਮਾਤਮਾ ਇਹੋ ਜਿਹਾ ਹੈ, ਗੁਰੂ ਕਾ ਸਿੱਖ ਆਪਣੇ ਵਾਸਤੇ ਮੰਗ ਲਵੇ ਤਾਂ ਵੀ ਦੇ ਦਿੰਦਾ ਹੈ। ਤੇ ਜੇ ਗੁਰੂ ਕਾ ਸਿੱਖ ਅਰਦਾਸ ਕਰ ਦੇਵੇ, ਸਤਿਗੁਰੂ ਆ ਦੂਜੇ ਸਿੱਖ ਦੀ ਝੋਲੀ ਭਰ ਦਿਓ, ਤੇ ਕਦੇ ਉਹਨੇ ਇਹ ਨਹੀਂ ਕਿਹਾ ਪ੍ਰਮਾਤਮਾ ਨੇ ਵੀ ਨਹੀਂ ਮੈਂ ਤੈਨੂੰ ਦੇ ਸਕਦਾ, ਇਹਨੂੰ ਨਹੀਂ ਮੈਂ ਕੋਈ ਦੇਣਾ। ਅਰਦਾਸ ਸੁਣ ਕੇ ਉਹ ਦੂਜੇ ਨੂੰ ਵੀ ਦੇ ਦਿੰਦਾ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਫਿਰ ਉਸ ਭਗਤ ਦੀ, ਗੁਰਸਿੱਖ ਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਉਸੇ ਵੇਲੇ ਪੂਰੀ ਹੋ ਜਾਂਦੀ, ਉਹ ਦੂਜਿਆਂ ਨੂੰ ਵੀ ਦਵਾ ਦਿੰਦਾ ਹੈ। ਮਹਾਰਾਜ ਕਹਿਣ ਲੱਗੇ ਜੋ ਚਾਹੋ ਸੋਈ ਸੋਈ ਪਾਵੋਂ, ਜੋ ਮੈਂ ਆਪਣੇ ਵਾਸਤੇ ਚਾਹੁੰਦਾ ਉਹ ਵੀ ਲੈ ਲੈਂਦਾ,
ਜੇ ਮੈਂ ਕਿਸੇ ਨੂੰ ਦਿਵਾਉਣਾ ਚਾਹਣਾ ਤੇ ਉਹ ਵੀ ਗੁਰੂ ਕਿਰਪਾ ਕਰਕੇ ਮੈਨੂੰ ਦੇ ਦਿੰਦੇ ਹਨ। ਆਸਾ ਮਨਸਾ ਪੂਰੋ ਜਪ ਪ੍ਰਭ ਕੋ। ਉਸ ਪ੍ਰਮਾਤਮਾ ਦਾ ਜਾਪ ਕਰਕੇ ਮਨ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਸਾਡੇ ਮਨ ਵਿੱਚ ਆਸ ਹੈ ਨਾ, ਕੱਲ ਨੂੰ ਇਹ ਹੋਵੇਗਾ, ਪਰਸੋਂ ਮੈਂ ਇਹ ਕਰਾਂਗਾ, ਅਗਲੇ ਸਾਲ ਇਸ ਤਰ੍ਹਾਂ ਬਣ ਜਾਏਗਾ, ਹੋ ਜਾਏਗਾ। ਇਹ ਜਿਹੜੀ ਆਸ ਅਸੀਂ ਰੱਖ ਕੇ ਬੈਠੇ ਹੋਏ ਹਾਂ, ਇਹਨਾਂ ਆਸਾਂ ਨੂੰ ਵੀ ਉਹੀ ਪੂਰੀਆਂ ਕਰਦਾ ਹੈ। ਅਤੇ ਮਨਸ਼ਾ ਤੋਂ ਭਾਵ ਹੁੰਦਾ ਮਨ ਦੀਆਂ ਵਾਸ਼ਨਾਵਾਂ, ਮਨ ਦੇ ਸੰਕਲਪ, ਉਹਨਾਂ ਸੰਕਲਪਾਂ ਨੂੰ ਵੀ ਉਹ ਪ੍ਰਮਾਤਮਾ ਪੂਰਾ ਕਰਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਆਸਾ ਮਨਸਾ ਪੂਰੋ ਜਪ ਪ੍ਰਭ ਕੋ। ਆਸਾ ਐਸ ਲੋਕ ਦੇ ਜਿਹੜੇ ਪਦਾਰਥ ਨੇ ਗੁਰੂ ਉਹ ਵੀ ਦੇ ਦਿੰਦਾ ਹੈ। ਜੇ ਮੰਗੀਏ ਨਾ ਮਹਾਰਾਜ ਵੀ ਮੈਨੂੰ ਨੌਕਰੀ ਦੇ ਦਿਓ, ਮੈਨੂੰ ਧਨ ਦੇ ਦਿਓ, ਮੈਨੂੰ ਘਰ ਦੇ ਦਿਓ, ਮੈਨੂੰ ਜਿਹੜਾ ਸੰਤਾਨ ਪ੍ਰਾਪਤ ਹੋ ਜਾਵੇ, ਐਸ ਲੋਕ ਦੇ ਪਦਾਰਥ ਵੀ ਗੁਰੂ ਦੇ ਦਿੰਦਾ ਹੈ। ਅਤੇ ਮਨਸ਼ਾ ਕਹੀਏ ਪਰਲੋਕ ਦੇ, ਜਿਹੜੀ ਅਗਲੀ ਇੱਛਾ ਹੈ ਕਿ ਮੈਂ ਮੁਕਤ ਹੋ ਜਾਵਾਂ, ਮੈਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਵੇ, ਉਹ ਜਿਹੜੀ ਮਨਸ਼ਾ ਹੈ ਉਹਨੂੰ ਵੀ ਗੁਰੂ ਪੂਰਾ ਕਰ ਦਿੰਦਾ ਹੈ। ਐਸਾ ਉਹ ਸਮਰੱਥ ਹੈ। ਐਸ ਲੋਕ ਦੇ ਪਦਾਰਥ ਅਤੇ ਪਰਲੋਕ ਦੀਆਂ ਵਾਸ਼ਨਾਵਾਂ, ਫੁਰਨੇ ਜਿਹੜੇ ਨੇ ਉਹ ਗੁਰੂ ਪੂਰੇ ਕਰਦਾ ਹੈ, ਫਿਰ ਬਖਸ਼ਿਸ਼ ਕਰਦੇ ਹਨ। ਆਸਾ ਮਨਸਾ ਪੂਰੋ ਜਪ ਪ੍ਰਭ ਕੋ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਗੁਰਮੁਖੋ ਮਨਸ਼ਾ ਨਾਮ ਬੁੱਧੀ ਦਾ ਹੈ। ਜਿਹੜੀ ਤੇਰੀ ਬੁੱਧੀ ਦੇ ਵਿੱਚ ਆਸਾ ਲੱਗੀ ਹੋਈ ਹੈ, ਦਿਮਾਗ ਦੇ ਵਿੱਚ ਨਾ ਆਸ ਲਾ ਕੇ ਬੈਠਾ, ਜਿਵੇਂ ਕੁੱਤਾ ਬੈਠਾ ਨਾ ਮਾਲਕ ਦੇ ਦਰ 'ਤੇ, ਮਾਲਕ ਜਦੋਂ ਵੀ ਲੰਘਦਾ ਕੁੱਤਾ ਉਹਦੇ ਵੱਲ ਵੇਖਦਾ ਹੈ। ਕੁੱਤੇ ਨੂੰ ਇੱਕ ਆਸ ਹੈ ਵੀ ਇਹ ਲੰਘੇਗਾ, ਮੇਰੇ ਅੱਗੇ ਬੁਰਕੀ ਸੁੱਟੇਗਾ ਜ਼ਰੂਰ, ਮੈਨੂੰ ਕੋਈ ਖਾਣ ਵਾਸਤੇ ਦੇਵੇਗਾ। ਭਾਵੇਂ ਮਾਲਕ ਬੁਰਕੀ ਸੁੱਟੇ ਜਾਂ ਨਾ ਸੁੱਟੇ, ਪਰ ਕੁੱਤੇ ਨੂੰ ਇੱਕ ਆਸਾ ਹੈ ਵੀ ਮੈਨੂੰ ਇਹਦੇ ਕੋਲੋਂ ਮਿਲੇਗਾ ਕੁਝ ਨਾ ਕੁਝ ਖਾਣ ਵਾਸਤੇ। ਮਹਾਰਾਜ ਕਹਿਣ ਲੱਗੇ, ਐ ਪ੍ਰਮਾਤਮਾ ਜਿਹੜੇ ਤੇਰੇ ਦਰ ਦੇ ਕੂਕਰ ਬਣ ਕੇ ਬੈਠੇ ਹੋਏ ਤੇਰੇ ਦਰ ਦੇ ਉੱਪਰ, ਅਤੇ ਉਹਨਾਂ ਨੇ ਬਚਨ ਇਹ ਕੀਤਾ ਹੈ ਕਿ ਮੇਰੀ ਕਿਤਿਓਂ ਨਾ ਝੋਲੀ ਭਰੀ ਤੇ ਇੱਥੋਂ ਜ਼ਰੂਰ ਭਰੇਗੀ। ਜਿਹੜਾ ਪਦਾਰਥ ਕਿਤਿਓਂ ਨਹੀਂ ਮਿਲਿਆ ਉਹ ਮੈਨੂੰ ਇੱਥੋਂ ਜ਼ਰੂਰ ਮਿਲੇਗਾ। ਜਿਹੜੇ ਇਸ ਤਰ੍ਹਾਂ ਦੀ ਬਿਰਤੀ ਰੱਖ ਕੇ ਬੈਠੇ, ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ। ਜਿਵੇਂ ਕੁੱਤਾ ਮਾਲਕ ਦਾ ਘਰ ਨਹੀਂ ਛੱਡਦਾ, ਇਸੇ ਤਰ੍ਹਾਂ ਜਿਹੜਾ ਪਿਆਰਾ ਉਸ ਪ੍ਰਮਾਤਮਾ ਦੇ ਦਰ ਨੂੰ ਨਹੀਂ ਛੱਡਦਾ ਹੈ। ਮਨ ਦੇ ਵਿੱਚ ਇੱਕੋ ਹੀ ਆਸ ਹੈ ਵੀ ਤੇਰੇ ਬਿਨਾਂ ਮੇਰਾ ਕੋਈ ਨਹੀਂ ਹੈ, ਤੇਰੇ ਦਰ ਤੋਂ ਹੀ ਮੈਨੂੰ ਪਦਾਰਥ ਵਸਤੂ ਚਾਹੀਦੀ ਹੈ। ਕਹਿਣ ਲੱਗੇ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ, ਜਿਨ੍ਹਾਂ ਨੇ ਬੁੱਧੀ ਦੇ ਵਿੱਚ ਐਸੀ ਮਨਸ਼ਾ ਇੱਛਾ ਰੱਖੀ ਹੋਈ ਹੈ, ਉਹਨਾਂ ਦੀਆਂ ਵੀ ਇੱਛਾ ਸਤਿਗੁਰੂ ਤੁਸੀਂ ਪੂਰੀਆਂ ਕਰਨ ਵਾਲੇ ਹੋ। ਗੁਰ ਪ੍ਰਸਾਦ ਨਾਨਕ ਮਨ ਵਸਿਆ, ਦੁਖ ਨਾ ਕਬਹੂ ਝੂਰੋ ਬੁੱਝ ਪ੍ਰਭ ਕੋ। ਸਤਿਗੁਰੂ ਬਖਸ਼ਿਸ਼ ਕਰਦੇ ਜਿਨ੍ਹਾਂ ਦੇ ਮਨ ਵਿੱਚ ਤੂੰ ਵਸਿਆ ਹੋਇਆ, ਐ ਪਰਮਾਤਮਾ ਜਿਨ੍ਹਾਂ ਸਿੱਖਾਂ ਦੇ, ਗੁਰਸਿੱਖਾਂ ਦੇ, ਪਿਆਰਿਆਂ ਦੇ, ਭਗਤਾਂ ਦੇ, ਸਾਧੂਆਂ ਦੇ, ਸੰਤਾਂ ਦੇ, ਫਕੀਰਾਂ ਦੇ ਮਨ ਵਿੱਚ ਤੂੰ ਵਸਿਆ ਹੋਇਆ ਹੈ। ਅਤੇ ਮਹਾਰਾਜ ਕਹਿਣ ਲੱਗੇ, ਉਹ ਫਿਰ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਤੈਨੂੰ ਬੁੱਝ ਲੈਂਦੇ, ਤੈਨੂੰ ਜਾਣ ਲੈਂਦੇ ਸਾਰਿਆਂ ਥਾਵਾਂ 'ਤੇ। ਜਿਵੇਂ ਜਮਾਨ ਕਹਿ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਤੂੰ ਸਾਰਿਆਂ ਥਾਵਾਂ 'ਤੇ ਸਮਾਇਆ, ਇਹ ਗੁਰੂ ਕਿਰਪਾ ਨਾਲ ਉਹ ਜਾਣ ਲੈਂਦੇ। ਅਤੇ ਫਿਰ ਕੀ ਹੁੰਦਾ ਹੈ, ਮਹਾਰਾਜ ਕਹਿਣ ਲੱਗੇ, ਫਿਰ ਦੁੱਖ ਨਾ ਕਬਹੂ ਝੂਰੋ, ਫਿਰ ਉਹ ਕਦੇ ਦੁੱਖ ਦੇ ਵਿੱਚ ਨਹੀਂ ਝੂਰਦੇ। ਜਿਵੇਂ ਅਸੀਂ ਆਖਦੇ ਨਾ, ਹਾਏ ਮੇਰੇ 'ਤੇ ਆਹ ਬਿਪਤਾ ਪੈ ਗਈ, ਹਾਏ ਆਹ ਦੁੱਖ ਪੈ ਗਿਆ, ਇਹ ਕਿਉਂ ਪੈ ਗਿਆ, ਅਸੀਂ ਝੂਰਦੇ ਹਾਂ। ਦੁੱਖ ਪੈ ਜਾਵੇ ਸਾਨੂੰ ਝੋਰਾ ਚਿੰਤਾ ਲੱਗ ਜਾਂਦੀ, ਘਾਟਾ ਪੈ ਜਾਵੇ, ਉਹ ਪਰਮਾਤਮਾ ਦੇ ਪਿਆਰੇ ਫਿਰ ਦੁੱਖ ਦੇ ਵਿੱਚ ਝੂਰਦੇ ਵੀ ਨਹੀਂ, ਸੰਕਟ ਵਿੱਚ ਪੈਣ ਦੇ ਬਾਵਜੂਦ ਵੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਨਾਲ ਦੇ ਸਾਥੀਆਂ ਨੂੰ, ਜਿੰਨੇ ਜਾਣਾ ਭਾਈ ਚਲੇ ਜਾਓ, ਅਸੀਂ ਗ੍ਰਿਫਤਾਰੀ ਦੇਣੀ ਹੈ, ਜਿੰਨੇ ਜਾਣਾ ਚਲੇ ਜਾਓ। ਮਹਾਰਾਜ ਦੇ ਸਿੱਖ ਕਹਿਣ ਲੱਗੇ, ਨਹੀਂ ਸਤਿਗੁਰੂ ਨਾਲ ਹੀ ਜਾਵਾਂਗੇ। ਜਦੋਂ ਗ੍ਰਿਫਤਾਰੀ ਹੋ ਗਈ, ਮਹਾਰਾਜ ਨੂੰ ਦਿੱਲੀ ਲਿਆਂਦਾ ਗਿਆ। ਸਤਿਗੁਰਾਂ ਨੇ ਫਿਰ ਆਖਿਆ, ਕਹਿਣ ਲੱਗੇ, ਇਹ ਜੇਲਾਂ, ਇਹ ਜੰਦਰੇ, ਇਹ ਪਹਿਰੇਦਾਰ, ਇਹ ਸਿਪਾਹੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ, ਸਾਰੇ ਦਰਵਾਜ਼ੇ ਆਪੇ ਖੁੱਲ੍ਹ ਜਾਣਗੇ, ਜਿੰਨੇ ਜਾਣਾ ਉਹ ਚਲੇ ਜਾਓ। ਪਰ ਨਹੀਂ, ਮਹਾਰਾਜ ਤੁਹਾਡੇ ਨਾਲ ਹੀ ਅਸੀਂ ਤੇ ਰਹਿਣਾ। ਜਿਵੇਂ ਇਸ ਲੋਕ ਵਿੱਚ ਨਾਲ ਰੱਖਿਆ, ਪਰਲੋਕ ਵਿੱਚ ਵੀ ਨਾਲ ਹੀ ਰੱਖਿਓ, ਪਰ ਜਾਣਾ ਤੁਹਾਡੇ ਨਾਲ ਹੀ ਹੈ। ਗੁਰਮੁਖੋ ਉਹਨਾਂ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ, ਪਰ ਕਿਸੇ ਦੇ ਮਨ ਵਿੱਚ ਝੋਰਾ ਨਹੀਂ ਵੀ ਮੈਂ ਮਹਾਰਾਜ ਨਾਲ ਕਿਉਂ ਆ ਗਿਆ, ਮੈਂ ਆਸੇ ਪਾਸੇ ਹੋ ਜਾਂਦਾ,
ਜਦੋਂ ਮਹਾਰਾਜ ਨੇ ਆਖਿਆ ਸੀ ਚਲੇ ਜਾਓ ਮੈਂ ਭੱਜ ਜਾਂਦਾ। ਨਹੀਂ, ਐਸੇ ਦੁੱਖ ਦੇ ਵਿੱਚ ਪੈਣ ਦੇ ਬਾਵਜੂਦ ਵੀ ਉਹ ਝੂਰਦੇ ਨਹੀਂ। ਉਹਨਾਂ ਦੀ ਬਿਰਤੀ ਇਹ ਬਣ ਜਾਂਦੀ ਵੀ ਇਹ ਵੀ ਗੁਰੂ ਦੀ ਬਖਸ਼ਿਸ਼ ਹੈ। ਕਿਤਿਆ ਦੁਖ ਭੂਖ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ। ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਮਨ ਵਿੱਚ ਤੂੰ ਵਸਿਆ ਹੈ ਉਹ ਤੇਰੀ ਕਿਰਪਾ ਦੇ ਨਾਲ ਪਰਮਾਤਮਾ ਨੂੰ ਨੇੜੇ ਬੁੱਝ ਲੈਂਦੇ, ਫਿਰ ਦੁੱਖ ਦੇ ਵਿੱਚ ਕਦੇ ਝੂਰਦੇ ਨਹੀਂ, ਕਦੇ ਦੁੱਖ ਦਾ ਪਛਤਾਵਾ ਨਹੀਂ ਕਰਦੇ। ਐਸੀ ਦਾਤ ਉਹਨਾਂ ਨੂੰ ਮਿਲਦੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਜੋ ਚਾਹੋ ਸੋਈ ਸੋਈ ਪਾਵੋ, ਆਸਾ ਮਨਸਾ ਪੂਰੋ, ਜਪ ਪ੍ਰਭ ਕੋ ਗੁਰ ਪ੍ਰਸਾਦ, ਨਾਨਕ ਮਨ ਵਸਿਆ, ਦੁਖ ਨਾ ਕਬੂ ਝੂਰੋ, ਬੁਝ ਪ੍ਰਭ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।